राजा न राज, पाना न पान, देवा न देव, उपमा महान। चवर छतर तख्त दे मालक, जुगो जुग अटल। आदि श्री गुरु ग्रंथ साहिब जी महाराज। सतगुरु दी कृपा दे नाल जो इस समय धन गुरु ग्रंथ साहिब जी दे चरण कमलां अंदर सुभाईमान हाँ। आओ गुरु की प्यारी साध संगत जीओ, कुछ समा आपो अपने फुरनिਆਂ ਨੂੰ ਸੰਕੋਚਦਿਆਂ ਹੋਇਆਂ ਧਿਆਨ ਟਿਕਾਈਏ गुरुदेव दे चरना दे अंदर। सतगुरु जी कृपा करो, गुरु तेग बहादुर साहिब महाराज जो धन गुरु गोबिंद सिंह जी का बचन है, तेग बहादुर सिमरे है, घर नाओ निध आवे धाए। अज केवल आपां कुछ क संखेप विच चल के जो गुरु ग्रंथ साहिब जी दे अंदर गुरु तेग बहादुर साहिब जी की बाणी दर्ज है, उस ते ध्यान करांगे। करो कृपा गुरु साध संगत जीओ, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। धन धन गुरु तेग बहादुर साहिब जीओ महाराज। जे संतोख जिसनों धैर्य शब्द वरतदे ने, जेड़ा है टिका वो गुरु नानक देव साहिब तो बाद ज़्यादा गुरु तेग बहादुर साहब अंदर दिसदा है। वो किवें? जदों भी इंसान विआहिया जावे, विआह तो 3-4 साल बाद जे घरे किसी बच्चे का जन्म ना होवे ते कोई पीर फकीर आदक भेटना नहीं हो छड़दा। जिथे तक वाह लगदी उत्थे वो जांदे ने। जिवें अगले दा जिन्ना क वस चलदा है उन्ना वस चलाउंदा भी साडे घरे संतान हो जे, साडे घरे बच्चा हो जे। 2-3 सालां बाद ही बंदा जतन कर लग पैंदा है भी की कारण हो गया, कोई भुल हो गई। इत्थे तको जरा गुरु तेग बहादुर साहब जी का जदों माता गुजरी जी नाल विआह हुंदा है, आनंद कारज हुंदे ने, कित्थे 1632 इन्हां दा होया विआह ते गुरु गोबिंद सिंह जी का आगमन हुंदा है 1666 दे विच। समा 3 दहाकियां तो वध बन गया, 30 सालों तो वध। पर रंचक मात्र भी शिकस नहीं, फिक्र नहीं, क्योंकि आ जानते ने दाता देन वाला जो दाता है उसने तुठ के दे ही देना। बंदा कदे अपनी भावना कदे भी गुरु ते विश्वास करना एक रंचक मात्र भी कदे नहीं छड्डे, छड्डना भी नहीं चाहिए। तो विश्वास करी, क्योंकि जो आपां विचार कर रहे हाँ इस दे विच अरदास नूं समझना है जी। इस करके मैं बेनती करदे हाँ ज़्यादा साखी अंदर नहीं पै रहा। गुरु साहब जी ढाके दे अंदर ने शहर च
1668 ਆਗਮਨ ਹੁੰਦਾ ਹੈ ਗੋਬਿੰਦ ਰਾਏ ਦਾ ਪਟਨਾ ਸਾਹਿਬ ਵਿਖੇ। ਇੱਥੇ ਉਹਨਾਂ ਦਾ ਆਮਦ ਹੁੰਦੀ ਹੈ। ਗੁਰੂ ਸਾਹਿਬ ਜੀ ਢਾਕੇ ਅੰਦਰ ਨੇ, 5 ਸਾਲ ਤੋਂ ਉੱਤੇ ਉਮਰ ਹੋ ਗਈ ਸੀ ਗੋਬਿੰਦ ਰਾਏ ਦੀ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਆਣ ਮਿਲੇ ਨੇ ਤੇ ਚੋਜੀ ਪ੍ਰੀਤਮ ਨੇ ਚੋਜ ਵੀ ਵਰਤਾਏ। ਉਦੋਂ ਫਿਰ ਗੁਰੂ ਸਾਹਿਬ ਨੂੰ ਭੇਜਿਆ ਗਿਆ ਸੁਨੇਹਾ, ਕਹਿਣ ਲੱਗੇ ਸਤਿਗੁਰੂ ਜਿਹੜੇ ਅਹਿਲਕਾਰ ਨੇ ਪਟਨੇ ਦੇ ਤੇ ਗੋਬਿੰਦ ਰਾਏ, ਉਹ ਸ਼ਿਕਾਇਤ ਕਰਦੇ ਨੇ ਵੀ ਆ ਚੋਜੀ ਪ੍ਰੀਤਮ ਚੋਜ ਕਰਦਾ ਹੈ। ਹੁਣ ਵਿਚਾਰਾਂ ਅੰਦਰ ਸੁਣਦੇ ਹੀ ਆਉਂਦੇ ਆ। ਖੈਰ ਜੋ ਮੇਨ ਤੱਤ ਹੈ ਉਹ ਅਰਜ਼ ਕਰਦੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਗੋਬਿੰਦ ਜੋ ਕੀਆ ਸੋ ਭਲਾ ਕੀਆ। ਜਿਹੜਾ ਗੋਬਿੰਦ ਰਾਏ ਕਰ ਰਹੇ ਨੇ ਉਹ ਭਲਾ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜਾਣਦੇ ਨੇ ਮੈਂ ਤਾਂ ਸੀਸ ਭੇਟ ਕਰਨਾ ਹੈ, ਇਸ ਮੇਰੇ ਪੁੱਤਰ ਨੇ 4 ਪੁੱਤਰ ਭੇਟ ਕਰਨੇ ਨੇ। ਗੋਬਿੰਦ ਜੋ ਕੀਆ ਸੋ ਭਲਾ ਕੀਆ, ਜਿਹੜਾ ਕਰ ਰਿਹਾ ਸਹੀ ਹੈ। ਤੇ ਇਹਨਾਂ ਨੇ ਅੱਗੋਂ ਬਚਨ ਭੇਜਿਆ ਸੀ, ਕਹਿਣ ਲੱਗੇ ਕਹਿ ਦਿਓ ਜਾ ਕੇ ਜੇ ਅਹਿਲਕਾਰ ਧਨਾੜ, ਮੇਰੇ ਸ਼ਬਦਾਂ ਵੱਲ ਧਿਆਨ ਦਿਓ ਜ਼ਰਾ, ਜੇ ਅਹਿਲਕਾਰ ਧਨਾੜ ਆ ਜਾਏ ਗੋਬਿੰਦ ਰਾਏ ਕੋਲ, ਜੇ ਅਹਿਲਕਾਰ ਕਿਸੇ ਵੀ ਮੁਲਕ ਦਾ ਆ ਜਾਏ, ਸਿੱਧਾ ਜਿਹਾ ਅਰਥ ਹੈ ਵੀ ਕਿੱਥੋਂ ਧਨਾੜ ਬੰਦਾਈਆਂ ਰਾਜਾ ਕੋਈ ਵੀ ਬਾਦਸ਼ਾਹ ਆ ਜਾਏ, ਅਬਲ ਮੈਂ ਪਹਿਲੀ ਗੱਲ ਤਾਂ ਉਹਨੂੰ ਥਾਂ ਨਹੀਂ ਦੇਣੀ। ਜੇ ਅਹਿਲਕਾਰ ਆ ਜਾਏ ਤਾਂ ਅਬਲ ਉਹਨਾਂ ਨੂੰ ਥਾਂ ਨਹੀਂ ਦੇਣੀ, ਜੇ ਦੇਣੀ ਹੀ ਪੈ ਜਾਏ ਤੇ ਉਹਨਾਂ ਨੂੰ ਪੈਂਦੀ ਦੇਣੀ, ਸਰਾਣੇ ਨਹੀਂ ਦੇਣੀ। ਇਸ ਗੱਲ ਦੇ ਵਿੱਚ ਇੱਕ ਤੱਤ ਸੀ, ਉਹ ਆ ਕਾਰਨ ਸੀ ਕਿਉਂਕਿ ਆ ਹੈ ਗੁਰੂ ਨਾਨਕ ਦਾ ਘਰ। ਗੁਰੂ ਨਾਨਕ ਪਾਤਸ਼ਾਹ ਤੋਂ ਵੱਡਾ ਹੋਰ ਕੋਈ ਬਾਦਸ਼ਾਹ ਨਹੀਂ। ਇਸ ਘਰ ਦੇ ਵਿੱਚ ਪੈਂਦੀ ਬੈਠ, ਪੈਂਦੀ ਬਹਿ ਜਾ, ਵਡਿਆਈ ਬਹੁਤ ਮਿਲੇਗੀ, ਗੁਰੂ ਚੁੱਕ ਕੇ ਬਰਾਬਰ ਵੀ ਬਿਠਾ ਲਏਗਾ। ਜੇ ਤੂੰ ਗੁਰੂ ਦੀ ਸਰਹੰਦੀ ਬਹਿਣ ਦੀ ਕੋਸ਼ਿਸ਼ ਕਰੇਗਾ ਫਿਰ ਸੋਚ ਲਾ ਹੋਣਾ ਕੀ ਹੈ। ਜੇ ਅਹਿਲਕਾਰ ਆ ਜਾਏ ਤਾਂ ਥਾਂ ਦੇਣੀ ਨਹੀਂ, ਜੇ ਥਾਂ ਦੇਣੀ ਪੈ ਜਾਏ ਤੇ ਪੈਂਦੀ ਦੇਣੀ, ਸਰਹੰਦੀ ਨਹੀਂ ਦੇਣੀ, ਪੈਂਦਾ ਵਾਲੇ ਪਾਸੇ ਦੇਣੀ ਹੈ। ਤੀਜਾ ਬਚਨ ਕੀਤਾ ਜੋ ਭਾਈ ਦਿਆਲਾ ਜੀ ਹਨ, ਜਿਹੜੇ ਦੇਗ ਵਿੱਚ ਉਬਾਲੇ ਗਏ ਸੀ ਜੀ, ਭਾਈ ਦਿਆਲਾ ਜੀ ਨੇ, ਇਹਨਾਂ ਭਾਈ ਦਿਆਲਾ ਜੀ ਦਾ ਹੁਕਮ, ਗੁਰੂ ਦਾ ਹੁਕਮ ਮੰਨਣਾ। ਸਮਾਂ ਬੀਤਦਾ ਰਿਹਾ, ਸਮੇਂ ਬੀਤਦੇ ਦੇ ਅਨੁਕੂਲ ਹੀ ਆਪ ਸਭ ਜਾਣਦੇ ਹਾਂ ਜ਼ੋਰ ਜ਼ਬਰ ਵਧਿਆ, ਆਣ ਟੁੱਟਿਆ ਕੇ ਜੰਜੂ ਧੋਤੀ ਤੇ ਤਿਲਕ ਤੇ ਬੋਦੀ ਤੇ ਆ ਚੰਦ ਨੇ। ਹੁਣ ਰੱਖਿਆ ਕਰੇ ਤੇ ਕਰੇ ਕੌਣ। ਹੁਣ ਸ਼ਬਦ ਆਉਂਦਾ ਹੈ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਉਹ ਰਾਖਾ ਹੀ ਕਿਵੇਂ ਨੇ। ਹੁਣ ਇਹਦੇ ਵਿੱਚ ਇੱਕ ਵਿਚਾਰ ਖੜੀ ਹੁੰਦੀ ਹੈ, ਗੁਰੂ ਨਾਨਕ ਸਾਹਿਬ ਨੇ ਜਨੇਊ ਪਾਇਆ ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਜਨੇਊ ਲਾਉਣ ਨਹੀਂ ਦਿੰਦੇ। ਇਹਦੇ ਵਿੱਚ ਹੁਣ ਸਾਡੀ ਸਮਰੱਥਾ ਨਹੀਂ, ਅਸੀਂ ਗੁਰੂ ਬਾਰੇ ਕੁਝ ਸੋਚੀਏ, ਗੁਰੂ ਆਪ ਹੀ ਕਿਰਪਾ ਕਰਕੇ ਸਾਡੀ ਵਿਚਾਰ ਸਿੱਧੀ ਪਾ ਦੇ ਤਾਂ ਠੀਕ ਹੈ। ਹੁਣ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਧੱਕੇ ਨਾਲ ਪਾਉਣਾ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਫਿਰ ਧੱਕੇ ਨਾਲ ਮੈਂ ਲਾਉਣ ਵੀ ਨਹੀਂ ਦੇਣਾ, ਧੱਕਾ ਨਹੀਂ ਨਾ ਕਿਸੇ ਪ੍ਰਕਾਰ ਦਾ ਵੀ। ਉਹ ਕਹਿਣ ਲੱਗੇ ਮੈਂ ਧੱਕੇ ਨਾਲ ਪਾਉਣਾ ਨਹੀਂ, ਸੱਚ ਦਾ ਪਾ ਜੇ ਪਾਉਣਾ ਹੈ ਤਾਂ। ਗੁਰੂ ਤੇਗ ਬਹਾਦਰ ਸਾਹਿਬ ਕੋਲੇ ਫਰਿਆਦ ਕੀਤੀ, ਪਾਤਸ਼ਾਹ ਧੱਕੇ ਨਾਲ ਲਾਉਂਦੇ ਐ, ਤੇ ਉਹ ਕਹਿਣ ਲੱਗੇ ਧੱਕੇ ਨਾਲ ਲਾਉਣ ਵੀ ਨਹੀਂ ਦੇਣਾ। ਰੱਖਿਅਕ ਦੋਨੇ ਹੀ ਨੇ। ਤੇ ਗੁਰੂ ਸਾਹਿਬ ਅੱਗੇ ਜਦੋਂ ਬੇਨਤੀ ਕਰਦੇ ਐ ਤੇ ਵਿਦਵਾਨ ਜਨ ਉਸ ਸਮੇਂ ਦੇ ਜਿਹੜੇ ਸਨ, ਬੜੇ ਸੋਹਣਾ ਅੱਖਰਾਂ ਅੰਦਰ ਉਹਨਾਂ ਨੇ ਸੰਭਾਲ ਕੇ ਰੱਖਿਆ ਹੈ ਉਸ ਵਾਰਤਾ ਨੂੰ।
ਉਹਨਾਂ ਕਿਹਾ ਉਹ ਸਾਰੇ ਵਿਪਰ ਇਕੱਠੇ ਹੋ ਕੇ ਆਏ। ਅੱਜ ਵੀ ਤੱਕਿਓ ਜਰਾ, ਜਦੋਂ ਤੁਸੀਂ ਆਨੰਦਪੁਰ ਸਾਹਿਬ ਜਾਓਗੇ ਉੱਥੇ ਇੱਕ ਥੜਾ ਹੈ, ਜਿਸ ਥੜੇ ਦੇ ਕੋਲ ਆ ਕੇ ਪੰਡਤਾਂ ਨੇ, ਦੁਖੀਆਂ ਨੇ ਫਰਿਆਦ ਕੀਤੀ ਸੀ। ਤੇ ਵਿਦਵਾਨ ਜਨ ਵਾਕਈ ਮੰਨਦੇ ਨੇ ਅੱਜ ਵੀ, ਜੇ ਕਿਸੇ ਬੰਦੇ ਦੀ ਕਿਸੇ ਜਗ੍ਹਾ ਤੇ ਸੁਣੀ ਨਾ ਜਾਵੇ, ਉੱਥੇ ਜਾ ਕੇ ਜੇ ਕੋਈ ਅਰਦਾਸ ਕਰੇ, ਗੁਰੂ ਤੇਗ ਬਹਾਦਰ ਸਾਹਿਬ ਉਵੇਂ ਰੱਖਿਆ ਕਰਦੇ ਨੇ ਜਿਵੇਂ ਜੰਜੂ ਦੀ ਕੀਤੀ ਸੀ। ਤੇ ਕਹਿਣ ਲੱਗੇ ਜ਼ਬਰ ਵਧਿਆ। ਮੈਂ ਮੇਨ ਬੇਨਤੀ ਸੰਖੇਪ ਵਿੱਚ ਆਪ ਜੀ ਨੂੰ ਅਰਜ਼ ਕਰ ਰਹੇ ਹਾਂ, ਕਿਉਂਕਿ ਇਹ ਸਾਰਾ ਇਤਿਹਾਸ ਪਿਛਲੇ ਦਿਨਾਂ 'ਚ ਆਪਾਂ ਸਾਰਾ ਹੀ ਵਾਚਿਆ ਹੈ। ਜਦੋਂ ਕਹਿਣ ਲੱਗਿਆ ਸਾਰੇ ਇਕੱਠੇ ਹੋ ਕੇ ਆਏ, ਅੱਖਾਂ ਵਿੱਚ ਪਾਣੀ ਸੀ, ਗਲ ਵਿੱਚ ਪੱਲੇ ਪਾ ਕੇ ਹੱਥ ਜੋੜੇ ਨੇ, ਕਿਉਂਕਿ ਜਦੋਂ ਆਣ ਪਏ, ਆਣ ਤੇ ਸ਼ਾਨ ਤੇ ਜਦੋਂ ਪਏ, ਕਹਿਣ ਲੱਗੇ ਆਣ ਤੇ ਸ਼ਾਨ ਤੇ ਪਏ, ਆਣ ਘਰ ਪਰਿਵਾਰ ਤੇ ਭੁੱਲ ਜਾਂਦਾ ਏ ਜਗ ਜਹਾਨ ਸਾਰਾ। ਹੁਣ ਆਣ ਬਣੀ ਸੀ, ਹੱਥ ਜੋੜੇ, ਗਲ ਵਿੱਚ ਪੱਲਾ ਪਾਇਆ, ਬੇਨਤੀ ਕੀਤੀ। ਉਹਨਾਂ ਦੀ ਜੋ ਬੇਨਤੀ ਸੀ, ਵਿਦਵਾਨ ਜਨ ਕਹਿਣ ਲੱਗੇ ਬੜੀ ਕਮਾਲ ਦੀ। ਕਹਿਣ ਲੱਗੇ ਦੁਖੀ ਵਿਪਰ ਚੱਲ ਆਏ ਪੁਰੀ ਆਨੰਦ। ਦੁਖੀ ਵਿਪਰ, ਜੋ ਦੁਖੀ ਪੰਡਤ ਸੀ, ਕਹਿਣ ਲੱਗੇ ਦੁਖੀ ਵਿਪਰ ਚੱਲ ਆਏ ਪੁਰੀ ਆਨੰਦ। ਬਾਂਹ ਸਾਡੀ ਪਕੜੀ ਐ ਸ਼੍ਰੀ ਹਰਗੋਬਿੰਦ ਕੇ ਚੰਦ। ਅਸੀਂ ਬੜੇ ਦੁਖੀ ਹਾਂ, ਕਿਰਪਾ ਕਰ। ਆਨ ਸ਼ਾਨ ਮਾਨ ਤੇ ਆਨ ਬਣੀ ਸਾਡੀ। ਅਸੀਂ ਬੜੇ ਦੁਖੀਆਂ ਚਲੇ ਆਏ ਤੇਰੀ ਪੁਰੀ ਨੂੰ। ਦੁਖੀ ਵਿਪਰ ਚਲੇ ਆਏ ਪੁਰੀ ਆਨੰਦ। ਬਾਂਹ ਸਾਡੀ ਪਕੜੀ ਐ ਸ਼੍ਰੀ ਹਰਗੋਬਿੰਦ ਕੇ ਚੰਦ। ਅੱਜ ਸਾਡੀ ਬਾਂਹ ਫੜ ਲੈ, ਸਾਡਾ ਰੱਖਿਅਕ ਬਣ ਜਾ। ਤੇ ਹੁਣ ਪ੍ਰੋਫੈਸਰ ਪਿਆਰਾ ਸਿੰਘ ਨੇ, ਤੇ ਉਹਨਾਂ ਨੇ ਬੜਾ ਸੋਹਣਾ ਲਿਖਿਆ। ਉਹ ਕਹਿਣ ਲੱਗੇ ਭੱਟ ਕੇਸੋ ਦਾ ਬਚਨ ਹੈ, ਤੇ ਪ੍ਰਿੰਸੀਪਲ ਸਤਬੀਰ ਸਿੰਘ ਕਹਿਣ ਲੱਗੇ ਭੱਟ ਚਾਂਦ ਦਾ ਬਚਨ ਹੈ। ਪਰ ਖੈਰ ਉਸ ਸਮੇਂ ਜੋ ਬਚਨ ਹੋਇਆ, ਉਹਨਾਂ ਨੇ ਤਾਂ ਬੇਨਤੀ ਕੀਤੀ ਦੁਖੀ ਵਿਪਰ ਚਲੇ ਆਏ ਪੁਰੀ ਆਨੰਦ। ਬਾਂਹ ਸਾਡੀ ਪਕੜੀ ਹੈ ਸ਼੍ਰੀ ਹਰਗੋਬਿੰਦ ਕੇ ਚੰਦ। ਹਰਗੋਬਿੰਦ ਦੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ, ਸਾਡੀ ਬਾਂਹ ਪਕੜ ਲੈ, ਤੇਰੇ ਬਿਨਾ ਸਾਡਾ ਕੋਈ ਰੱਖਿਅਕ ਨਹੀਂ ਹੈ। ਤੇ ਗੁਰੂ ਸਾਹਿਬ ਨੇ ਬੇਕਿਆਗੋਂ ਹੁਕਮ ਕੀਤਾ, ਕਹਿਣ ਲੱਗੇ ਚਿਤ ਚਰਨ ਕਮਲ ਕਾ ਆਸਰਾ। ਚਿਤ ਚਰਨ ਕਮਲ ਸੰਗ ਜੋੜੀਐ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਮਨ ਲੋਚੈ ਗੁਰ ਆਈਆਂ, ਗੁਰ ਸ਼ਬਦੀ ਇਹੋ ਮਨ ਹੋੜੀਐ। ਬਾਂਹ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਂਹ ਨਾ ਛੋੜੀਐ। ਜਿਹਦੀ ਬਾਂਹ ਵਾਕਈ ਗੁਰੂ ਨਾਨਕ ਦੀ ਜੋਤ ਨੇ ਪਕੜ ਲਈ। ਕਹਿਣ ਲੱਗੇ ਪਿਆਰਿਓ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਮਨ ਲੋਚੈ ਗੁਰ ਆਈਆਂ, ਗੁਰ ਸ਼ਬਦੀ ਇਹੋ ਮਨ ਲੋੜੀਐ। ਬਾਂਹ ਜਿਨ੍ਹਾਂ ਦੀ ਪਕੜੀ ਐ, ਸਿਰ ਦੀਜੈ ਬਾਂਹ ਨਾ ਛੋੜੀਐ। ਕਿ ਹਰਕ੍ਰਿਸ਼ਨ ਸਾਹਿਬ ਦੇ ਬਾਂਹ ਛੱਡੀ, ਬੇਨਤੀ ਕੀਤੀ ਸੀ ਗੁਰੂ ਸਾਹਿਬ, ਚੇਚਕ ਦਾ ਰੋਗ ਬੜਾ ਵੱਧ ਗਿਆ। ਗੁਰੂ ਸਾਹਿਬ ਕਹਿਣ ਲੱਗੇ ਕੋਈ ਨਹੀਂ, ਆ ਸਾਰੇ ਦਾ ਸਾਰਾ ਰੋਗ ਮੈਂ ਆਪਣੇ ਤਨ ਤੇ ਲੈ ਕੇ ਚਲਾ ਜਾਵਾਂਗਾ, ਤੁਸੀਂ ਫਿਕਰ ਨਾ ਕਰੋ। ਮੈਂ ਜਿੰਨਾ ਚਿਰ ਕਹਿੰਦੇ ਗੁਰੂ ਹੈ ਤੁਸੀਂ ਫਿਕਰ ਨਾ ਕਰੋ। ਪਰ ਦੇਖਿਓ ਗੁਰੂ ਤੇ ਪਰਮੇਸ਼ਰ ਇੱਕੋ ਤਖਤ ਤੇ ਨੇ, ਅਲੱਗ ਨਹੀਂ। ਪਰਮਾਤਮਾ ਤੋਂ ਬਿਨਾਂ ਚੀਜ਼ਾਂ ਕੋਈ ਕਰ ਹੀ ਨਹੀਂ ਸਕਦਾ। ਕੀ ਹੁਣ ਜਦੋਂ ਆਣ ਬਣੀ ਸਿਧਾਂਤ ਤੇ ਗੁਰੂ ਅਰਜਨ ਦੇਵ ਸਾਹਿਬ ਕਿਤੇ ਪਿੱਛੇ ਹਟ ਗਏ ਸੀ? ਕਹਿਣ ਲੱਗੇ ਨਹੀਂ, ਸਿਧਾਂਤ ਟੁੱਟਣ ਨਹੀਂ ਦੇਣਾ। ਹਰਗੋਬਿੰਦ ਰਾਏ ਸਾਹਿਬ ਕਹਿੰਦੇ ਸਿਧਾਂਤ ਟੁੱਟਣ ਨਹੀਂ ਦੇਣਾ। ਅਜੇ ਸਾਹਿਬਜ਼ਾਦੇ ਖੜੇ ਨੀਵਾਂ ਦੇ ਵਿੱਚ ਕਹਿਣ ਲੱਗੇ ਸਿਧਾਂਤ ਟੁੱਟਣ ਨਹੀਂ ਦੇਣਾ। ਕਿਉਂਕਿ ਜਿੰਨਾ ਚਿਰ ਸਾਡੇ ਕੋਲ ਸਿਧਾਂਤ ਹੈ, ਜਿੰਨਾ ਚਿਰ ਸਾਡੇ ਕੋਲੇ ਮਰਿਆਦਾ ਪਰਪੱਕਤਾ ਹੈ, ਉਹਨਾਂ ਚਿਰ ਹੀ ਅਸੀਂ ਕਾਇਮ ਆ। ਜੇ ਆਹ ਚੀਜ਼ ਸਾਡੇ ਤੋਂ ਚਲੀ ਗਈ, ਅਸੀਂ ਕਾਇਮ ਕਿੱਥੇ ਰਹਿ ਜਾਣਾ ਹੈ। ਕਹਿਣ ਲੱਗੇ ਗੁਰੂ ਤੇਗ ਬਹਾਦਰ ਬੋਲਿਆ ਧਰ ਪਾਈਐ, ਧਰਮ ਨਾ ਛੋੜੀਐ। ਜਿੰਨਾ ਮਰਜ਼ੀ ਆਣ ਸਿਰ ਤੇ ਬਣੇ, ਧਰਮ ਛੱਡਿਓ ਨਾ। ਉਗੋਂ ਉਹਨਾਂ ਨੇ ਬੇਨਤੀ ਕੀਤੀ ਗੁਰੂ ਸਾਹਿਬ ਸਾਡੀ ਕੋਈ ਵਾਹ ਨਹੀਂ ਚੱਲਦੀ, ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਉਹ ਤਾਂ ਮਨਾਂ ਦੇ ਹਿਸਾਬ ਦੇ ਨਾਲ ਸਾਨੂੰ ਪ੍ਰਵਿਰਤ ਕਰਵਾ ਰਿਹਾ।
ਕਿਰਪਾ ਕਰ ਸਾਡੇ ਤੇ ਉੱਥੇ ਇੱਕ ਹੋਰ ਬਚਨ ਕਰਿਆ। ਕਹਿਣ ਲੱਗੇ ਤੁਸੀਂ ਫਿਕਰ ਨਾ ਕਰੋ। ਗੁਰੂ ਤੇਗ ਬਹਾਦਰ ਸਾਹਿਬ ਬੋਲੇ ਤੁਸੀਂ ਫਿਕਰ ਨਾ ਕਰੋ, ਆਪੋ ਆਪਣੇ ਘਰੇ ਜਾਓ। ਤੇ ਉਹਨਾਂ ਪੰਡਤਾਂ ਕਿਹਾ ਗੁਰੂ ਸਾਹਿਬ ਜਾਈਏ ਕਿਵੇਂ, ਫਿਕਰ ਆਣ ਬਣੀ ਹੈ, ਕੀ ਪਤਾ ਹੋਵੇ ਕੀ, ਜਾ ਕਿਵੇਂ ਸਕਦੇ ਆ, ਫਿਕਰ ਬਣਿਆ ਹੋਵੇ ਕੀ, ਆਨ ਮਾਨ ਸ਼ਾਨ ਤੇ ਆਣ ਬਣੀ ਹੈ, ਕੀ ਪਤਾ ਹੋਵੇ ਕੀ। ਤੇ ਅੱਗੋਂ ਗੁਰੂ ਸਾਹਿਬ ਨੇ ਬਚਨ ਕੀਤਾ, ਕਹਿੰਦੇ ਨਾ ਸਤਿਗੁਰ ਕਿਹਾ ਪਾਤਸ਼ਾਹ ਬੱਚਿਓ ਤੁਸੀਂ ਘਰੇ ਜਾਵੋ। ਕਹਿਣ ਲੱਗੇ ਬੱਚਿਓ ਤੁਸੀਂ ਘਰੇ ਜਾਓ, ਫਿਕਰ ਨਾ ਕਰੋ। ਤੇ ਉਹਨਾਂ ਦਾ ਜੋ ਮਨ ਸੀ ਉਹ ਕੰਮਦਾ ਪਿਆ ਸੀ, ਉਹ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਦਦ ਲਈ ਰਹਿ ਗਏ ਸੀ। ਤਾਈਓ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਸਿਮਰੋ ਖਾਂ ਤੇਗ ਬਹਾਦਰ ਸਿਮਰਿਆ ਘਰ ਨਾਉ ਦੇ ਆਵੇ। ਤਾਂ ਕੇਵਲ ਅੱਖਰਾਂ ਵਿੱਚ ਨਹੀਂ ਪਰੋਇਆ, ਆ ਸਭ ਵਾਰਤ ਹੋਈ ਹੈ। ਗੁਰੂ ਸਾਹਿਬ ਕਹਿਣ ਲੱਗੇ ਅੱਗੇ ਵੀ ਜੇ ਰੋਗ ਆਉਣਗੇ ਨਾ ਤੇ ਹਰਕ੍ਰਿਸ਼ਨ ਸਾਹਿਬ ਕੀ ਮਹਾਰਾਜ ਸਹਾਇਤਾ ਨਾ ਕਰਨਗੇ, ਨਿਯਮ ਤੋਂ ਨਾ ਖੁੰਝੀ। ਅੱਜ ਜੋ ਰੋਗ ਹੈ ਨਿਯਮ ਤੋਂ ਖੁੰਝਣ ਕਰਕੇ ਆਣ ਸਰੀਰ ਤੇ ਪਿਆ ਵਿਆਪਦਾ ਹੈ, ਨਿਯਮ ਤੋਂ ਜੋ ਖੁੰਝ ਗਏ ਆ। ਇੱਕੋ ਬਚਨ ਕਿਹਾ, ਕਹਿਣ ਲੱਗੇ ਸਤਿਗੁਰ ਕਿਹਾ ਬੱਚਿਓ ਤੁਸੀਂ ਘਰੇ ਜਾਵੋ, ਸਿਰ ਦੇ ਕੇ ਸੱਤ ਬਚਾਵਾਂਗਾ, ਤੁਸੀਂ ਨਾ ਘਬਰਾਇਓ ਨਾ, ਤੁਸੀਂ ਘਰੇ ਜਾਵੋ, ਤੁਹਾਡਾ ਪਿਤਾ ਬੈਠਾ ਹੈ। ਸਤਿਗੁਰ ਕਿਹਾ ਬੱਚਿਓ ਤੁਸੀਂ ਘਰੇ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ, ਤੁਸੀਂ ਨਾ ਘਬਰਾਵੋ। ਬੇਨਤੀ ਕੀਤੀ ਇੱਕ ਨੇ ਪਾਤਸ਼ਾਹ ਦੀਵਾ ਬੁਝਦਾ ਦਿਸਦਾ ਹੈ, ਸਾਡੇ ਜਿਹੜੇ ਮੰਦਰ ਦਾ ਦੀਵਾ ਆ ਬੁਝ ਜਾਏਗਾ, ਇੱਥੇ ਮੰਦਰ ਵੀ ਚਲੇ ਜਾਣਗੇ, ਸਾਡਾ ਜੰਜੂ ਵੀ ਜਾਂਦਾ ਦਿਸ ਰਿਹਾ ਹੈ, ਕਈਆਂ ਦਾ ਤਾਂ ਚਲਾ ਹੀ ਗਿਆ, ਸਾਡਾ ਬਣੇਗਾ ਕੀ, ਸਾਡਾ ਦੀਵਾ ਬੁਝਦਾ ਜਾ ਰਿਹਾ ਹੈ। ਗੁਰੂ ਸਾਹਿਬ ਕਹਿਣ ਲੱਗੇ ਦੀਵਾ, ਦੀਵੇ 'ਚ ਪੈਂਦਾ ਕੀ ਹੈ? ਕਹਿੰਦੇ ਗੁਰੂ ਸਾਹਿਬ ਇੱਕ ਬਾਤੀ ਹੈ ਤੇ ਤੇਲ ਹੈ, ਤੇਲ ਸੁੱਕ ਗਿਆ, ਬਾਤੀ ਰੁਕ ਗਈ, ਦੀਵਾ ਲੱਗਦਾ ਬੁਝ ਗਿਆ, ਮੰਦਰ ਸੁੰਨਾ ਜਾਪਦਾ ਦਿਸਦਾ ਏ। ਕਹਿਣ ਲੱਗੇ ਫਿਕਰ ਨਾ, ਜੋ ਪਹਿਲੇ ਬੇਨਤੀ ਸੀ ਉਹ ਸੀ ਕਿਹਾ ਪਾਤਸ਼ਾਹ ਬੱਚਿਓ ਤੁਸੀਂ ਘਰੇ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ, ਤੁਸੀਂ ਨਾ ਘਬਰਾਵੋ। ਸਿਰ ਦੇ ਕੇ ਸੱਤ ਬਚਾਂਗਾ ਮੈਂ, ਹਿੰਦ ਧਰਮ ਦੇ ਬੁੱਝ ਰਹੇ ਦੀਵੇ ਦੇ ਵਿੱਚ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ। ਧਿਆਨ ਦਿਓ ਇਸ ਗੱਲ ਤੇ। ਉਹ ਕਹਿਣ ਲੱਗੇ ਦੀਵਾ ਬੁਝਦਾ ਹੈ? ਕਿ ਹਾਂ। ਕਹਿਣ ਲੱਗੇ ਜੇ ਤੇਲ ਪਾਇਆ ਤੇਲ ਸੁੱਕ ਜਾਣਾ ਹੈ। ਤੇ ਧਿਆਨ ਦਿਓ, ਕਹਿਣ ਲੱਗੇ ਤੂੰ ਕਹਿੰਦਾ ਮੰਦਰ ਸੁੰਨਾ ਹੋ ਜਾਏਗਾ, ਤੂੰ ਕਹਿਣ ਲੱਗੇ ਦੀਵਾ ਬੁਝ ਜਾਏਗਾ, ਪਰ ਧਿਆਨ ਦੇਈ ਸਿਰ ਦੇ ਕੇ ਸੱਤ ਬਚਾਂਗਾ ਮੈਂ, ਹਿੰਦੂ ਧਰਮ ਦੇ ਬੁਝ ਰਹੇ ਦੀਵੇ ਵਿੱਚ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ। ਤੇ ਬੜਾ ਸੋਹਣਾ ਲਿਖਿਆ ਰਾਮ ਨਾਰਾਇਣ ਦਰਦੀ ਹੋਏ ਨੇ ਜੀ। ਆ ਕਵੀ ਦਰਬਾਰ ਸਜਾਉਂਦੇ ਹੁੰਦੇ ਸੀ ਲਾਲ ਕਿਲੇ ਦੇ ਅੰਦਰ, ਤੇ ਇਹਨਾਂ ਨੇ ਬੜੀ ਸੋਹਣੀ ਕਿਤਾਬ ਲਿਖੀ ਅਸਾਂ ਕੀ ਕੀਤਾ ਤੁਸਾਂ ਕੀ ਕੀਤਾ। 84 ਤੋਂ ਬਾਅਦ ਇਹਨਾਂ ਨੇ ਉਹ ਦਰਬਾਰ ਲਾਉਣਾ ਛੱਡ ਦਿੱਤਾ ਸੀ। ਉਦੋਂ ਕਿਤਾਬ ਲਿਖੀ ਅਸਾਂ ਕੀ ਕੀਤਾ ਤੇ ਤੁਸਾਂ ਕੀ ਕੀਤਾ। ਉਸ ਕਿਤਾਬ ਦੇ ਅੰਦਰ ਆਸ ਦਰਜ ਹੈ, ਮੌਕਾ ਮਿਲੇ ਪੜ੍ਹਿਓ ਜ਼ਰੂਰ। ਅਗਲੇ ਬਚਨ ਅੰਦਰ ਕਿਹਾ, ਕਹਿਣ ਲੱਗੇ ਤੇਲ ਆਪਣੇ ਲਹੂ ਦਾ ਪਾਂਗਾ ਮੈਂ, ਉਹ ਤਾਂ ਪਾਤਾ। ਤੇ ਅੱਜ ਦੀ ਜੋ ਵਿਚਾਰਧਾਰਾ ਹੈ ਤੋ ਵਿਦਵਾਨ ਜਨ ਕਹਿਣ ਲੱਗੇ ਸਤਿਗੁਰੂ ਜੀ ਪਾਇਆ ਦੇਸ਼ ਵਿੱਚ, ਪਾਇਆ ਦੇਸ਼ ਦੀ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਤਾਂ ਬਾਗ ਫਲ ਰਿਹਾ ਹੈ। ਕਹਿਣ ਲੱਗੇ ਗੁਰੂ ਸਾਹਿਬ ਤੁਹਾਡੇ ਸਾਹਿਬਜ਼ਾਦਿਆਂ ਦੇ, ਤੁਹਾਡੇ ਪੁੱਤਰ ਦੇ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਤੁਹਾਡਾ ਪਾਇਆ ਹੋਇਆ ਲਹੂ ਇਸ ਦੇਸ਼ ਦੇ ਅੰਦਰ, ਇਸ ਵਰਸ਼ ਦੇ ਅੰਦਰ ਆ ਬਾਗ ਨੂੰ ਤੁਸੀਂ ਬਚਾਉਣ ਕਰਕੇ ਆਪਣਾ ਬਾਗ ਉਜਾੜ ਕੇ ਚਲੇ ਗਏ। ਸਤਿਗੁਰੂ ਇਸ ਬਾਗ ਨੂੰ ਹਰਿਆਂ ਭਰਿਆਂ ਕਰਕੇ ਆਪਣਾ ਬਾਗ ਸੁਕਾ ਕੇ ਤੁਰ ਚੱਲੇ। ਸਤਿਗੁਰੂ ਜੀ ਫਿਰ ਉਹਨਾਂ ਬੜਾ ਸੋਹਣਾ ਫਰਮਾਇਆ, ਕਹਿਣ ਲੱਗੇ ਭਾਰਤ ਦੇਸ਼ ਦੇ ਜੜ੍ਹਾਂ ਦੇ ਅੰਦਰ ਪਾਇਆ ਜੋ ਲਹੂ, ਭਾਰਤ ਵਰਸ਼ ਦਾ ਤਾਂ ਬਾਗ ਫਲ ਰਿਹਾ ਹੈ। ਹਿੰਦੂ ਮੰਦਰਾਂ ਦੇ ਦੀਵੇ ਅੰਦਰ ਅੱਜ ਵੀ ਤੇਲ ਦੀ ਥਾਂ ਲਹੂ ਗੁਰੂ ਤੇਗ ਬਹਾਦਰ ਦਾ ਬਲ ਰਿਹਾ ਹੈ ਕੋਈ ਗੱਲ ਛੋਟੀ? ਜੇ ਕੋਈ ਗੱਲ ਛੋਟੀ ਹੈ ਫਿਰ ਅਰਦਾਸ ਕਿਵੇਂ ਛੋਟੀ ਹੋ ਗਈ? ਗੁਰੂ ਤੇਗ ਬਹਾਦਰ ਸਿਮਰੇ ਹੈ,
ਘਰ ਨਾਉਣ ਦੇ ਆਵੇ ਧਾਏ। ਸਮਾਂ ਬੀਤਦੇ ਦੇ ਨਾਲ ਕਹਿੰਦੇ ਚੱਲੋ ਲੈ ਚੱਲੋ, ਘਬਰਾਵੋ ਜਰਾ ਵੀ ਨਾ ਤੁਸੀਂ। ਹਿੰਦੂ ਧਰਮ ਦੇ ਦੀਵੇ ਅੰਦਰ ਅੱਜ ਵੀ ਲਹੂ ਗੁਰੂ ਤੇਗ ਬਹਾਦਰ ਦਾ ਬਲ ਰਿਹਾ। ਫਿਕਰ ਨਾ ਕਰਿਓ, ਰਹਿੰਦੀ ਦੁਨੀਆ ਤੇ ਇਸ ਦੀਵੇ ਨੂੰ ਕੋਈ ਬੁਝਾ ਨਹੀਂ ਸਕਦਾ। ਜੋ ਫਰਿਆਦ ਕਰਦਾ ਕਿ ਗੁਰੂ ਉਹਨਾਂ ਦੀ ਫਰਿਆਦ ਨਾ ਸੁਣਦੇ, ਜੇ ਇੱਥੇ ਮਨ ਵਿੱਚ ਵਿਚਾਰ ਆਉਂਦੇ ਵੀ ਹੋਰ ਧਰਮ ਜੇ ਉੱਥੇ ਆਉਂਦਾ ਕਿ ਗੁਰੂ ਰੱਖਿਆ ਨਹੀਂ ਕਰਦੇ ਸੀ। ਜਿਸ ਨੂੰ ਬੰਦੇ ਨੂੰ ਭੀੜ ਪਏ ਆਣ, ਉਹ ਜਾਣ ਗੁਰੂ ਦੇ ਚਰਨਾਂ ਵਿੱਚ ਜਾ ਡਿੱਗਦਾ। ਜਿਹੜਾ ਡਿੱਗਦਾ ਮੇਰਾ ਗੁਰੂ ਸਭ ਆਪ ਚੱਕਦਾ। ਉਹਨਾਂ ਦੀ ਗੁਰੂ ਤੇਗ ਬਹਾਦਰ ਫਿਰ ਰੱਖਿਆ ਕਰਦਾ। ਕਿਉਂ ਰੱਖਿਆ ਕੀਤੀ ਹੀ ਮਜ਼ਲੂਮ ਦੀ ਜਾਂਦੀ ਹੈ, ਦੁਖੀ ਦੀ ਰੱਖਿਆ ਕੀਤੀ ਜਾਂਦੀ। ਸੁਖੀ ਬੰਦੇ ਨੂੰ ਕਿਹੜਾ ਵੇਲੇ ਰੱਬ ਚੇਤੇ ਆਉਂਦਾ ਹੈ। ਤੇ ਜਿਸ ਉਸ ਸਮੇਂ ਦੇ ਅੰਦਰ ਜੇ ਹੋਰ ਕੋਈ ਧਰਮ ਜਾਂਦਾ ਕਿ ਗੁਰੂ ਰੱਖਿਆ ਨਹੀਂ ਕਰਦੇ ਸੀ, ਕਰਨੀ ਸੀ ਰੱਖਿਆ ਕਿ ਗੁਰੂ ਇੱਥੇ ਹੈ, ਮੈਂ ਰਹਿਮਤਾਂ ਦਾ ਸਾਗਰ, ਇਹਨਾਂ ਨੇ ਰੱਖਿਆ ਕਰਨੀ ਹੋਈ ਸੀ। ਹੁਣ ਜਦੋਂ ਇੱਥੇ ਆਣ ਬਹਿੰਦੇ ਨੇ ਚਾਂਦਨੀ ਚੌਕ ਦੇ ਅੰਦਰ ਆ ਗਏ, ਚਲੋ ਇਸ਼ਨਾਨ ਕੀਤਾ, ਚਾਂਦਨੀ ਚੌਕ ਤੇ ਆ ਕੇ ਬੈਠ ਗਏ ਤੇ ਬਰੋਟੇ ਦਾ ਰੁੱਖ ਹੈ ਤੇ ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਤੇ ਕਵੀਆਂ ਦੀ ਉੱਥੇ ਕਹਿਣ ਲੱਗੇ। ਉਹਨਾਂ ਨੇ ਮਨੋਬਿਰਤੀਆਂ ਆਪਣੀ ਇਕਾਗਰ ਕਰਕੇ ਦੇਖਿਆ। ਜਦੋਂ ਕਹਿੰਦੇ ਉਹ ਜਿਹੜਾ ਤੇਗਾ ਘੁਕਾਉਂਦਾ ਹੈ ਜਲਾਦ ਨਾ, ਉਹ ਨੇੜੇ ਦੀ ਕਰਕੇ ਲੈ ਕੇ ਜਾਂਦਾ, ਮੂੰਹ ਦੀ ਨੇੜੇ ਦੇ ਕਰਕੇ ਲੈ ਕੇ ਗਿਆ ਤੇ ਪੁੱਛਿਆ ਉਹਨੂੰ, ਤੇਗ ਬਹਾਦਰ ਤੈਨੂੰ ਡਰ ਨਹੀਂ ਲੱਗਦਾ ਵੀ ਤੇਗਾ ਮੈਂ ਘੁਕਾ ਰਿਹਾ ਤੇ ਬੰਦਾ ਅੱਗੇ ਪਿੱਛੇ ਤਾਂ ਹੁੰਦਾ ਹੀ ਵੀ ਕਿਤੇ ਮੇਰਾ ਲੱਗ ਹੀ ਨਾ ਜਾਏ। ਤੇ ਗੁਰੂ ਸਾਹਿਬ ਨੇ ਕੋਈ ਬੇਨਤੀ ਕੀਤੀ, ਕਹਿਣ ਲੱਗੇ ਤੂੰ ਤੇਗ ਦੀ ਪਿਆ ਗੱਲ ਕਰਦਾ ਹੈ, ਮੈਂ ਵੀ ਤੇਗ ਆ ਕੱਢ ਲੈ ਤੇਗ ਤੇਰੀ। ਕਹਿਣ ਲੱਗੇ ਮੈਂ ਵੀ ਤੇਗ ਹੀ ਹਾਂ। ਇਹਦਾ ਅਰਥ ਸੀ ਮੈਂ ਵੀ ਤਲਵਾਰੀਆਂ, ਕੀ ਤੂੰ ਤਲਵਾਰ ਤੇ ਤੇਗਾ ਚਲਾਏਂਗਾ? ਕਦੇ ਦੇਖੀਏ ਤਲਵਾਰ ਨੂੰ ਤਲਵਾਰ ਵੱਢਦੀ ਹੋਈ? ਕਹਿਣ ਲੱਗੇ ਅੱਜ ਉਹ ਸਿੱਧ ਕਰਕੇ ਦਿਖਾਉਣੀ ਪਏਗੀ। ਕਹਿਣ ਲੱਗੇ ਗੱਲ ਸੁਣ, ਮੈਂ ਵੀ ਤੇਗ ਆ ਕੱਢ ਲੈ ਤੇਗ ਤੇਰੀ, ਤੂੰ ਹੀ ਇੱਕ ਦੋ ਨਹੀਂ ਪਰਖ ਲੈ 100 ਤੇਗਾਂ। ਮੈਨੂੰ ਲੱਗਦਾ ਹੈ ਤੇਗ ਬਹਾਦਰੀ ਦਾ ਮੇਰੇ ਸਮੇਂ ਨਹੀਂ ਕਰ ਸਕਦੀਆਂ ਆ ਕੱਢ ਤੇਗਾਂ। ਆ ਤੇਰੀਆਂ ਤੇਗਾਂ ਕਿਤੇ ਸਾਹਮਣਾ ਕਰ ਸਕਦੀਆਂ ਨੇ। ਕਹਿਣ ਲੱਗੇ ਮੈਂ ਤਾਂ ਤੇਗਾਂ ਦੇ ਛਾਵੇਂ ਪਲਿਆ, ਜਦੋਂ ਅੱਖਾਂ ਖੁੱਲੀਆਂ ਮੇਰੀਆਂ ਜਨਮ ਲੈ ਕੇ ਮੇਰੇ ਪਿਤਾ ਨੂੰ ਮੈਂ 2 ਤੇਗਾਂ 'ਚ ਦੇਖਿਆ ਸੀ ਜੋ ਮੀਰੀ ਪੀਰੀ ਦਾ ਮਾਲਕ ਸੀ। ਆ ਮੈਂ ਤੇਰੇ ਵਾਲੇ ਤੋਂ ਕੀ ਦੇਖਣਾ, ਮੈਂ ਕੀ ਡਰਨਾ ਇਹਦੇ ਤੋਂ, ਮੈਂ ਇਹਦੇ ਛਾਵੇਂ ਪਲਿਆ ਹੋਇਆ। ਤੇ ਜਰਾ ਧਿਆਨ ਦਿਓ, ਜਦੋਂ ਵੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਆਏ ਆ ਨਾ, ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਜੋ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਅੰਦਰ ਆਇਆ ਹੈ, ਉਹ ਹੈ 219 ਨੰਬਰ ਅੰਗ ਤੇ। ਸਭ ਤੋਂ ਪਹਿਲਾਂ ਉਹਨਾਂ ਨੇ ਇੱਕ, ਜਦੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਗੁਰਬਾਣੀ ਹੈ, ਇਹਨਾਂ ਨੇ ਹਰ ਸ਼ਬਦ ਦੇ ਮਨ ਦੀ ਵਰਤੋਂ ਕੀਤੀ ਹੀ ਕੀਤੀ ਹੈ, ਜਿੰਨੀ ਕਿ ਸਮਝ ਪਈ ਸਾਨੂੰ, ਜਿੰਨੀ ਕਿ ਸਮਝ ਪਈ ਹੈ ਉਸ ਹਿਸਾਬ ਦੇ ਨਾਲ ਗੁਰਦੇਵ ਦੀ ਅਕਥ ਨੇ। ਪਰ ਬੇਨਤੀ ਕਰਦੇ ਹਾਂ, ਜੋ ਪਹਿਲਾ ਸ਼ਬਦ ਹੈ ਗੌੜੀ ਰਾਗ ਦੇ ਅੰਦਰ, ਸਭ ਤੋਂ ਪਹਿਲਾਂ ਗੁਰਦੇਵ ਨੇ ਇੱਕੋ ਗੱਲ ਕਹੀ ਸੀ, ਸਾਧੋ ਮਨ ਕਾ ਮਾਨ ਤਿਆਗੋ। ਕਹਿਣ ਲੱਗੇ ਤੇਗ ਬਹਾਦਰ ਨੂੰ ਸਿਮਰਨ ਵਾਲੇ ਗੁਰੂ ਤੇਗ ਬਹਾਦਰ ਸਭ ਤੋਂ ਪਹਿਲਾਂ ਦਲੀਲ ਹੀ ਆ ਦਿੱਤੀ ਹੈ, ਸਾਧੋ ਜੇ ਗੁਰੂ ਘਰ ਆਉਣਾ ਹੈ, ਜੇ ਚਰਨ ਸਰਨ ਅੰਦਰ ਆਉਣਾ ਤੇ ਮਨ ਦਾ ਮਾਨ ਤਿਆਗ ਕੇ ਆਈ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਐਨ ਸੁਭਾਗੋ। ਦੁੱਖ ਸੁਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ, ਹਰਖ ਸੋਗ ਤੇ ਰਹਿ ਅਤੀਤਾ, ਤਿਨ ਸੰਗ ਤਤ ਪਛਾਨਾ। ਉਸਤ ਨਿੰਦਾ ਦਊ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਖੇਲ ਕਠਨ ਹੈ। ਕਠਨ ਤਾਂ ਕਹਿੰਦੇ ਬਹੁਤ ਹੈ, ਔਖਾ ਤਾਂ ਬਹੁਤ ਹੈ। ਹੁਣ ਔਖਾ ਤਾਂ ਹਰੇਕ ਦੇਖੋ, ਜੇ ਕਿਸੇ ਵੱਡੀ ਪੋਸਟ ਤੇ ਲੱਗਣਾ ਤੇ ਉਹਦੇ ਜਿਹੜੇ ਵੀ ਐਗਜ਼ਾਮ ਵਗੈਰਾ ਹੋਣਗੇ ਔਖੇ ਹੀ ਹੋਣਗੇ, ਪਰ ਜਿਹੜੇ ਪਾਰ ਲੰਘ ਜਾਂਦੇ ਨੇ ਫਿਰ ਉਸ ਨੂੰ ਹਾਸਲ ਕਰ ਲੈਂਦੇ ਨੇ। ਜਿੰਨਾ ਕਠਨ ਅੱਗੇ ਜਾ ਕੇ ਓਨਾ ਸੌਖਾ। ਕਹਿਣ ਲੱਗੇ ਰਾਹ ਸੌਖਾ ਤਾਂ ਕਿਤੇ ਨਹੀਂ ਸੀ, ਗੱਲਾਂ ਵਾਲਾ ਥੋੜੀ ਹੈ। ਕਹਿੰਦੇ ਰਾਹ ਸੌਖਾ ਤਾਂ ਨਹੀਂ ਸੀ, ਰਾਹ ਤਾਂ ਬਹੁਤ ਔਖਾ ਸੀ, ਪਰ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਸਿਧਾਂਤ ਨੂੰ ਨਹੀਂ ਛੱਡਿਆ। ਤੇ ਕਹਿਣ ਲੱਗੇ ਹਰੇਕ ਪੰਕਤੀ ਦੇ ਅੰਦਰ ਉਹ ਮੌਤ ਨੂੰ ਵੀ ਚੇਤਾ ਕਰਵਾਉਂਦੇ ਰਹੇ। ਬਾਕੀ ਜੋ ਬੇਨਤੀਆਂ ਨੇ ਕੁਝ ਕੁ ਸ਼ਬਦਾਂ ਦੀਆਂ,
ਅੰਮ੍ਰਿਤ ਵੇਲੇ ਫਿਰ ਤੁਹਾਡੇ ਚਰਨਾਂ ਵਿੱਚ ਅਰਜ਼ ਕਰ ਦਿਆਂਗੇ। ਇੰਨੀਆਂ ਕੁ ਬੇਨਤੀ ਅੱਜ ਦੀਆਂ ਪ੍ਰਵਾਨ ਕਰ ਲਿਓ ਜੀ। ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਸਰਨਾਂ ਅੰਦਰ ਆਉਣ ਤੋਂ ਪਹਿਲਾਂ ਸਦਾ ਹੀ ਆ ਗੱਲ ਪੱਲੇ ਬੰਨ੍ਹ ਲਈਏ। ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਸ਼ਬਦ ਹੀ ਆ ਸੀ, ਸਾਧੋ ਮਨ ਕਾ ਮਾਨ ਤਿਆਗੋ। ਆ ਚੀਜ਼ ਕਰਕੇ ਫਿਰ ਕਹੀਂ ਗੁਰੂ ਤੇਗ ਬਹਾਦਰ ਸਿਮਰੇ ਹੈ, ਘਰ ਨੌਨ ਦੇ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਕਿਸੇ ਜਗ੍ਹਾ ਤੇ ਰਹਿਣ ਤੋਂ ਪਹਿਲਾਂ ਨਾ ਉੱਥੇ ਦੇ ਨਿਯਮ ਸਮਝਣੇ ਪੈਂਦੇ ਹੈ। ਕਿੱਥੇ ਵੀ ਰਹੀਏ, ਕਿਸੇ ਦੇਸ਼ ਵਿੱਚ ਰਹੀਏ, ਉਹਦੇ ਨਿਯਮ ਜੇ ਸਮਝਾਂਗੇ ਫਿਰ ਆ ਕੇ ਸਾਨੂੰ ਵਡਿਆਈ ਮਿਲਦੀ ਹੈ। ਜੇ ਕਿਤੇ ਬਾਹਰ ਚਲੇ ਜਾਈਏ, ਉਸ ਦੇਸ਼ ਦੇ ਜੇ ਨਿਯਮ ਹੀ ਆਪਾਂ ਫੋਲੋ ਨਾ ਕੀਤੇ, ਸਮਝੀਏ ਹੀ ਨਾ, ਤੇ ਉਸ ਦੇਸ਼ ਵਾਲੇ ਸਾਨੂੰ ਉਸ ਦੇਸ਼ ਚੋਂ ਕੱਢ ਦੇਣਗੇ ਵੀ ਤੂੰ ਬੰਦਾ ਨਹੀਂ, ਤੂੰ ਸਾਡੇ ਦੇਸ਼ ਵਿੱਚ ਰਹਿ ਕੇ ਸਾਡੇ ਦੇਸ਼ ਦੇ ਨਿਯਮ ਨੂੰ ਮੰਨਦਾ ਨਹੀਂ। ਆ ਦੇਸ਼ ਹੈ ਗੁਰੂ ਨਾਨਕ ਸਾਹਿਬ ਦਾ, ਆ ਘਰ ਹੈ ਗੁਰੂ ਨਾਨਕ ਸਾਹਿਬ ਦਾ। ਇੱਥੇ ਗੁਰੂ ਨਾਨਕ ਸਾਹਿਬ ਦੀ ਜੋਤ ਕਿਉਂ ਕਹਿੰਦੀ ਹੈ ਨਿਯਮ ਤੇਰਾ ਕਿਹੜਾ? ਕਹਿਣ ਲੱਗੇ ਗੁਰੂ ਤੇਗ ਬਹਾਦਰ ਨਿਯਮ ਤੇਰਾ ਸਾਧੋ ਮਨ ਕਾ ਮਾਨ ਤਿਆਗੋ। ਕਹਿਣ ਲੱਗੇ ਆ ਨਿਯਮ ਹੈ, ਨਿਯਮ ਰੱਖੇਗਾ। ਕਹਿਣ ਲੱਗੇ ਫਿਰ ਤਾਂ ਸਭ ਸੱਤ ਹੈ, ਬੇਨਤੀ ਵੀ ਪ੍ਰਵਾਨ ਹੈ। ਜੇ ਨਿਯਮ ਤੋੜੇਗਾ ਤੇ ਨਿਯਮ ਤੋੜਨ ਵਾਲਿਆਂ ਦੇਸ਼ਾਂ ਤੋਂ ਕੱਢ ਦਿੱਤੇ ਜਾਂਦੇ ਨੇ, ਨਿਯਮ ਤੋੜਨ ਵਾਲੇ ਕਹਿਣ ਲੱਗੇ ਸਿੱਖੀ ਤੋਂ ਵੀ ਕੱਢ ਦਿੱਤੇ ਜਾਂਦੇ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਦੀ ਖਿਮਾ, ਗਲਤੀਆਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।